प्रभ की उस्तत करो संत मीत। सावधान एकाग्र चीत। प्रभ की उस्तत करो संत मीत। सावधान एकाग्र चीत। सुखमणि सहज गोबिंद गुण नाम। जिस मन बसै सो होत निधान। सर्ब इच्छा ताकी पूरन होए। प्रधान पुरख प्रगट सब लोय। सब ते ऊच पाए अस्थान। बहुर न हुवै आवन जान। हर धन खाट चलै जन सोए। नानक जिसे प्राप्त होए। हर धन खाट चलै जन सोए। नानक जिसे प्राप्त होए। जुगो जुग अटल। धन धन सतगुरु श्री गुरु ग्रंथ साहिब जी महाराज सच्चे पातशाह बापू जी दे इलाही पवित्र चरनां विच आओ जी नकमस्तक होइए, ध्यान धरीए ਅਤੇ ਪਾਤਸ਼ਾਹਾਂ ਦੇ ਪਾਤਸ਼ਾਹ श्री गुरु गोबिंद सिंह जी महाराज ਵੱਲੋਂ ਖਾਲਸਾ ਪੰਥ ਨੂੰ ਮਹਾਨ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਅਸੀਂ ਆਪਣਾ ਧਿਆਨ ਜੋੜੀਏ ਜੀ। ਗੱਜ ਵੱਜ ਕੇ ਸਤਿਗੁਰੂ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੀ ਜੋ ਅੱਜ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ ਉਹ ਹੈ 24 ਨੰਬਰ ਅਸ਼ਟਪਦੀ, ਜਿਹੜੀ ਕਿ ਸੁਖਮਣੀ ਸਾਹਿਬ ਦੀ ਅਖੀਰਲੀ ਅਸ਼ਟਪਦੀ ਹੈ। ਉਸ ਦੀ 5ਵੀਂ ਪੌੜੀ ਸਾਡੀ ਗਰੀਬਾਂ ਦੀ ਝੋਲੀ ਵਿੱਚ ਪਾਈ ਹੈ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੀ ਸ਼ੁਰੂਆਤ ਵਿੱਚ ਸਾਨੂੰ ਇੱਕ ਹਦਾਇਤ ਕੀਤੀ ਹੈ ਕਿ ਐ ਮੇਰੇ ਸਿੱਖ, ਤੂੰ ਹੁਣ ਨਾ ਸਾਵਧਾਨ ਹੋ ਜਾ, ਕਿਉਂਕਿ ਸਤਿਗੁਰੂ ਨੇ ਬਹੁਤ ਕੁਝ ਪਹਿਲਾਂ ਸਾਨੂੰ ਸਿਖਾ ਦਿੱਤਾ ਹੈ। ਸੁਖਮਣੀ ਸਾਹਿਬ ਦੇ ਦੇਖੋ ਕਿੰਨੇ ਪਾਠ ਬਣਾਏ ਨੇ, ਉਹਨਾਂ ਦੇ ਵਿੱਚ ਸਤਿਗੁਰੂ ਨੇ ਬਹੁਤ ਕੁਝ ਸਾਨੂੰ ਦੱਸ ਦਿੱਤਾ ਹੈ। ਤੇ ਗੁਰਦੇਵ ਕਹਿੰਦੇ ਹੁਣ ਤੂੰ ਸਾਵਧਾਨ ਹੋ ਜਾ, ਹੁਣ ਤੂੰ ਇਕਾਗਰ ਚੀਤ ਹੋ ਜਾ, ਹੁਣ ਆਪਣੇ ਮਨ ਨੂੰ ਟਿਕਾ ਲੈ ਇੱਕ ਜਗ੍ਹਾ ਤੇ, ਕਿਉਂਕਿ ਤੇਰੇ ਉੱਤੇ ਹੁਣ ਬਹੁਤ ਸਾਰੀਆਂ ਬਖਸ਼ਿਸ਼ਾਂ ਹੋਣ ਵਾਲੀਆਂ ਨੇ। ਤੈਨੂੰ ਪਰਮਾਤਮਾ ਬਹੁਤ ਕੁਝ ਦੇਣ ਵਾਲਾ ਹੈ, ਪਰ ਦੇਗਾ ਤਦ ਜੇ ਤੂੰ ਆਪਣੇ ਆਪ ਨੂੰ ਟਿਕਾ ਲੇਂਗਾ, ਕਿਉਂਕਿ ਸਤਿਗੁਰੂ ਨੇ ਸਮਝਾਉਣਾ ਸੀ, ਸਮਝਾਤਾ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਸੰਤ ਮੀਤ, ਹੇ ਮੇਰੇ ਸੰਤੋ, ਹੇ ਮੇਰੇ ਮਿੱਤਰੋ, ਗੁਰਸਿੱਖਾਂ ਨੂੰ ਕਹਿੰਦੇ ਨੇ। ਹੇ ਰੱਬ ਦੇ ਪਿਆਰਿਓ, ਪਰਮਾਤਮਾ ਨਾਲ ਜੁੜੇ ਹੋਏ ਮੇਰੇ ਮਿੱਤਰੋ, ਤੁਸੀਂ ਸੱਚ ਨਾਲ ਜੁੜੇ ਹੋਏ ਹੋ, ਪਰਮਾਤਮਾ ਨਾਲ ਜੁੜੇ ਹੋਏ ਹੋ। ਵਾਹਿਗੁਰੂ ਦੀ ਵਡਿਆਈ ਕਰਦੇ ਰਹੋ, ਉਹਦੀ ਸਿਫਤਸਲਾਹ ਕਰਦੇ ਰਹੋ, ਉਹਦੀ ਉਸਤਤ ਕਰਦੇ ਰਹੋ। ਉਸਤਤ ਆਪਾਂ ਉਹਦੀ ਕਰਨੀ ਹੈ ਜਿਹੜਾ ਵੱਡਾ ਹੈ, ਮਹਾਨ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਹਦੇ ਤੋਂ ਵੱਡਾ ਕੋਈ ਨਹੀਂ, ਜਿਹਦੇ ਵਰਗਾ ਹੋਰ ਕੋਈ ਨਹੀਂ। ਆਪਾਂ ਉਹਦੀ ਵਡਿਆਈ, ਆਪਾਂ ਉਹਦੀ ਉਸਤਤ ਕਰਨੀ ਹੈ, ਨਾ ਕਿ ਆਪਾਂ ਬੰਦਿਆਂ ਦੀ ਵਡਿਆਈ ਜਾਂ ਬੰਦਿਆਂ ਦੀ ਉਸਤਤ ਨਹੀਂ ਕਰਨੀ, ਕਿਉਂਕਿ ਇਹ ਸਾਡਾ ਸੁਭਾਅ ਹੀ ਨਹੀਂ, ਇਹ ਸਿੱਖ ਦਾ ਸੁਭਾਅ ਹੀ ਨਹੀਂ ਹੈ। ਕਿਉਂਕਿ ਗੁਰਬਾਣੀ ਵਿੱਚ ਲਿਖਿਆ ਗਿਆ ਹੈ, ਦੁਨੀਆ ਨਾ ਸਲਾਹ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਸੀ। ਭਾਵੇਂ ਕਿ ਅਹਿਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਵੀ ਮਲਕ ਭਾਗੋ ਦੇ ਘਰ ਵਿੱਚ ਜਾਂਦੇ ਤਾਂ ਵੀ ਉਹਦੇ ਘਰ ਦਾ ਸਰਦਾ ਸੀ। ਪਰ ਜਦੋਂ ਬਾਰ-ਬਾਰ ਸੁਨੇਹਾ ਭਜਵਾਇਆ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਗਏ, ਭਾਈ ਲਾਲੋ ਨੂੰ ਵੀ ਨਾਲ ਲੈ ਕੇ ਗਏ। ਬਹੁਤ ਵੱਡੀ ਲਾਈਨ ਲੱਗੀ ਹੈ ਪੰਡਤਾਂ ਦੀ, ਖਾਣ ਵਾਲਿਆਂ ਦੀ। ਸ਼ਰਾਧ ਕਰਿਆ ਕਰਦਾ ਸੀ ਮਲਕ ਭਾਗੋ ਆਪਣੇ ਪਿਤਾ ਦਾ ਹਰ ਸਾਲ। ਨੀਅਤ ਦਾ ਬਹੁਤ ਖੋਟਾ ਸੀ, ਲੇਕਿਨ ਵਿਖਾਵਾ ਸਾਲ ਬਾਅਦ ਇਹ ਕਰਦਾ ਸੀ ਕਿ ਮੈਂ ਬਹੁਤ ਵੱਡਾ ਧਰਮੀ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਵੀ ਉਹ ਥਾਲ ਰੱਖਿਆ ਗਿਆ ਜੋ ਦੂਸਰਿਆਂ ਦੇ ਸਾਹਮਣੇ ਰੱਖਿਆ। ਤਾਂ ਗੁਰੂ ਨਾਨਕ ਸਾਹਿਬ ਨੇ ਥਾਲ ਚੱਕਿਆ, ਖੜੇ ਹੋ ਗਏ ਤੇ ਇੱਕ ਪਾਸੇ ਆਪਣੇ ਹੱਥ ਵਿੱਚ ਉਹਦੀ ਪੂੜੀ, ਦੂਸਰੇ ਪਾਸੇ ਆਪਣੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਜੀ ਰੋਟੀ ਫੜ ਲਈ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਇਹਦੀ ਸੁੱਕੀ ਰੋਟੀ ਵਿੱਚੋਂ ਇਹ ਦੁੱਧ ਚੋਂਦਾ ਹੈ ਤੇ ਇਸ ਬੰਦੇ ਦੀ ਪੂੜੀ ਵਿੱਚੋਂ ਲਹੂ ਚੋਂਦਾ ਹੈ। ਸਾਰੇ ਲੋਕ ਇਕੱਠੇ ਹੋ ਗਏ ਵੀ ਕੀ ਗੱਲ ਕਰਦੇ ਪਏ ਹੋ, ਕਦੀ ਇਦਾਂ ਹੋ ਸਕਦਾ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਇਹਦੀਆਂ ਪੂੜੀਆਂ ਬਣੀਆਂ ਕਿੱਦਾਂ, ਇਹਨੂੰ ਪੁੱਛ ਕੇ ਵੇਖੋ। ਮਲਕ ਭਾਗੋ ਕਹਿੰਦਾ ਕਿ ਹੇ ਸਾਈਂ, ਹੇ ਫਕੀਰ, ਕਿਰਪਾ ਕਰੋ ਮੇਰਾ ਢਿੱਡ ਜਿਹੜਾ ਨੰਗਾ ਨਾ ਕਰੋ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਸੱਚ ਬੋਲਦਾ ਹੁੰਨਾ, ਵਿਖਾਵਾ ਤਾਂ ਤੂੰ ਇਹ ਕਰਦਾ ਕਿ ਤੂੰ ਬੜਾ ਵੱਡਾ ਧਰਮੀ ਆ, ਪਰ ਸੱਚਾਈ ਤੇਰੀ ਕੁਝ ਹੋਰ ਹੈ। ਤੂੰ ਲੋਕਾਂ ਨੂੰ ਲੁੱਟ ਕੇ ਖਾਂਦਾ, ਲੋਕਾਂ ਤੇ ਧੱਕਾ ਕਰਦਾ, ਗਰੀਬਾਂ ਨੂੰ ਤੂੰ ਮਾਰਦਾ ਹੈ ਤੇ ਪਖੰਡ ਕਰਕੇ ਕੀ ਤੂੰ ਆਪਣੇ ਪਿਓ ਦੀ ਵਿਛੜੀ ਆਤਮਾ ਨੂੰ ਤੂੰ ਖੁਸ਼ ਕਰ ਲੇਗਾ? ਐਦਾਂ ਕੁਝ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਵਡਿਆਈ ਰੱਬ ਦੀ ਕਰਿਓ, ਬੰਦੇ ਦੀ ਨਹੀਂ। ਬੰਦਾ ਤਾਂ ਚਾਰ ਕੁ ਟਕੇ ਦੇ ਕੇ, ਚਾਰ ਕੁ ਛਿਲੜਾਂ ਦੇ ਕੇ ਆਪਣੇ ਆਪ ਨੂੰ ਮਹਾਨ ਅਖਵਾਈ ਲਏਗਾ। ਇੱਥੇ ਤਾਂ ਜਿਨ੍ਹਾਂ ਨੇ ਹਜ਼ਾਰਾਂ ਮੁੰਡੇ ਮਰਵਾ ਦਿੱਤੇ, ਨਸ਼ਿਆਂ ਦੀ ਦਲਦਲ ਵਿੱਚ ਸੁੱਟਵਾ ਦਿੱਤੇ, ਸਾਡੇ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਫਖਰੇ ਕੌਮ ਦਾ ਅਵਾਰਡ ਦੇ ਦਿੱਤਾ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਛਿਲੜਾਂ ਸੁੱਟੋ, ਚਾਰ ਪੈਸੇ ਸੁੱਟੋ, ਆਪਣੀ ਵਡਿਆਈ ਕਰਾਉਣੀ ਸ਼ੁਰੂ ਕਰਾ ਦਿਓ। ਪਰ ਜਿਹੜਾ ਸੱਚ ਨੂੰ ਜੁੜਿਆ ਹੁੰਦਾ ਨਾ, ਉਹ ਕਹਿੰਦਾ ਮੈਂ ਬੰਦੇ ਦੀ ਵਡਿਆਈ ਨਹੀਂ ਕਰਨੀ, ਬੰਦੇ ਦੀ ਸ਼ੋਭਾ ਨਹੀਂ ਕਰਨੀ, ਮੈਂ ਵਡਿਆਈ ਕਰਾਂਗਾ ਤਾਂ ਉਸ ਦੀ ਜਿਨਨੇ ਸਭ ਕੁਝ ਦਿੱਤਾ ਹੈ, ਜਿਹੜਾ ਮਹਾਨ ਹੈ, ਜਿਹੜਾ ਵੱਡਾ ਹੈ, ਜਿਹੜਾ ਇਸ ਕਾਇਨਾਤ ਨੂੰ ਚਲਾਉਣ ਵਾਲਾ ਹੈ, ਜਿਹੜਾ ਇਸ ਯੂਨੀਵਰਸ ਦਾ ਮਾਲਕ ਹੈ। ਇਸ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਕਿਰਪਾ ਕਰ ਦਿੱਤੀ ਕਿ ਬੰਦੇ ਪਿੱਛੇ ਨਾ ਲੱਗ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਕਿਹਾ, ਮਨਮੁਖ ਹੋਏ ਬੰਦੇ ਦਾ ਬੰਦਾ, ਅਸੀਂ ਦੁਬਾਰਾ ਬੰਦਿਆਂ ਪਿੱਛੇ ਜੁੜ ਜਾਂਦੇ, ਬੰਦਿਆਂ ਦੇ ਮਗਰ ਹੀ ਲੱਗ ਜਾਂਦੇ। ਜਿਹਦੇ ਕੋਲ ਸਾਨੂੰ ਕੋਈ ਫਾਇਦਾ ਹੋਵੇ ਉਹਦੇ ਗੁਣ ਗਾਉਣੇ ਆਪਾਂ ਸ਼ੁਰੂ ਕਰ ਦਿੰਦੇ, ਰੱਬ ਨੂੰ ਭੁੱਲ ਜਾਂਦੇ ਜਿਹੜਾ ਇੰਨਾ ਮਹਾਨ ਹੈ। ਸਤਿਗੁਰ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਹੇ ਸੰਤੋ, ਹੇ ਮਿੱਤਰੋ, ਪ੍ਰਮਾਤਮਾ ਦੀ ਉਸਤਤ ਕਰੋ, ਉਹਦੀ ਵਡਿਆਈ ਕਰੋ। ਵਡਿਆਈ ਕਿਵੇਂ ਕਰੀਏ? ਉਹਦੀ ਕਿੱਦਾਂ ਕਰੀਏ? ਉਹਦੀ ਵਡਿਆਈ ਕਿਹੜੇ ਸ਼ਬਦ ਨੇ ਜਿਹਦੇ ਨਾਲ ਉਹਦੀ ਵਡਿਆਈ ਕਰੀਏ? ਕਿਉਂਕਿ ਦੁਨੀਆ ਦੇ ਵਿੱਚ ਕੋਈ ਐਸਾ ਸ਼ਬਦ ਬਣਿਆ ਹੀ ਨਹੀਂ ਜਿਹਦੇ ਨਾਲ ਉਹਦੀ ਵਡਿਆਈ ਕੀਤੀ ਜਾ ਸਕੇ। ਤੇ ਮੈਂ ਕਈ ਵਾਰ ਇਹ ਗੱਲ ਕਹਿਣਾ ਹੁੰਦਾ, ਆਪਣੀ ਜ਼ਿੰਦਗੀ ਨੂੰ ਵਡਿਆਈ ਬਣਾ ਲਓ। ਜਿਵੇਂ ਬਾਬਾ ਨਾਮਦੇਵ ਸਾਹਿਬ ਨੇ ਬਣਾਇਆ, ਤਰਲੋਚਨ ਨੂੰ ਜਵਾਬ ਦਿੱਤਾ। ਆਪਸ ਵਿੱਚ ਗੱਲਾਂ ਹੁੰਦੀਆਂ ਨਾ ਉਹਨਾਂ ਦੀਆਂ, ਨਾਮਾ ਕਹਿ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇੰਨਾ ਪ੍ਰਮਾਤਮਾ ਦੇ ਵਿੱਚ ਖੁੱਭ ਜਾਓ ਕਿ ਤੁਹਾਡਾ ਚਿੱਤ ਰੱਬ ਨਾਲ ਤੇ ਕਾਰ ਵਿੱਚ ਤੁਹਾਡੇ ਹੱਥ ਜੋੜੇ ਹੋਣ। ਆਪਣੀ ਜ਼ਿੰਦਗੀ ਨੂੰ ਬੰਦਗੀ ਬਣਾ ਲਓ, ਆਪਣੀ ਜ਼ਿੰਦਗੀ ਨੂੰ ਰੱਬ ਦੀ ਵਡਿਆਈ ਬਣਾ ਲਓ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੁਸੀਂ ਉਹਦੇ ਰੰਗ ਵਿੱਚ ਰੰਗੇ ਰਹੋ, ਉਹਦੇ ਪਿਆਰ ਵਿੱਚ ਮਸਤ ਰਹੋ। ਤੁਹਾਨੂੰ ਨਾ ਐਦਾਂ ਲੱਗੇ ਕਿ ਤੁਹਾਡੀ ਜ਼ਿੰਦਗੀ ਹੀ ਰੱਬ ਹੋ ਗਈ, ਤੁਹਾਡੀ ਜ਼ਿੰਦਗੀ ਹੀ ਪਰਮਾਤਮਾ ਹੋ ਗਈ, ਤੁਹਾਡੀ ਜ਼ਿੰਦਗੀ ਹੀ ਖੁਸ਼ਬੂ ਹੋ ਗਈ, ਤੁਸੀਂ ਫੁੱਲਾਂ ਵਰਗੇ ਹੋ ਗਏ। ਪਰ ਸੌਂਦਿਆਂ ਜਾਗਦਿਆਂ ਉੱਠਦਿਆਂ ਹਰ ਵਕਤ ਨਾ ਤੁਹਾਡੇ ਅੰਦਰ ਉਹ ਖੇੜਾ ਜਿਹਾ ਬਣਿਆ ਰਹੇ, ਪਰਮਾਤਮਾ ਦੇ ਪ੍ਰਤੀ ਪਿਆਰ ਬਣਿਆ ਰਹੇ। ਉਹੀ ਬੰਦਗੀ ਬਣ ਜਾਣੀ। ਬੰਦਗੀ ਕਿਤੋਂ ਬਾਹਰੋਂ ਥੋੜ੍ਹੀ ਆਉਣੀ, ਤੁਹਾਡੇ ਅੰਦਰ ਮੌਜੂਦ ਹੈ। ਅੰਮ੍ਰਿਤ ਬਾਹਰੋਂ ਥੋੜ੍ਹੀ ਆਉਣਾ, ਤੁਹਾਡੇ ਅੰਦਰ ਮੌਜੂਦ ਹੈ। ਸੁੱਖ ਬਾਹਰੋਂ ਥੋੜ੍ਹੀ ਆਉਣਾ, ਤੁਹਾਡੇ ਅੰਦਰ ਮੌਜੂਦ ਹੈ। ਆਤਮਿਕ ਆਨੰਦ ਤੁਹਾਡੇ ਅੰਦਰ ਮੌਜੂਦ ਹੈ। ਦੁਨੀਆ ਦੀ ਹਰ ਇੱਕ ਚੀਜ਼ ਤੁਹਾਡੇ ਅੰਦਰ ਮੌਜੂਦ ਹੈ। ਬਸ ਉਹਨੂੰ ਬਾਹਰ ਤੁਸੀਂ ਪ੍ਰਗਟ ਕਰਨਾ, ਕੱਢਣਾ ਤੁਸੀਂ। ਬਸ ਇਹ ਗੱਲਾਂ ਜਿਹੜੀਆਂ ਨੇ ਇਹ ਸਾਡੇ ਪੱਲੇ ਪੈ ਗਈਆਂ ਤੇ ਜੀਵਨ ਸੁਹੇਲਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਆਓ ਅਸੀਂ ਉਹਦੀ ਵਡਿਆਈ ਕਰੀਏ, ਆਪਣੀ ਜ਼ਿੰਦਗੀ ਨੂੰ ਉਹਦੀ ਵਡਿਆਈ ਬਣਾ ਲਈਏ। ਅਸੀਂ ਕੱਪੜੇ ਪਾਉਣੇ ਲੱਗੇ, ਪ੍ਰਮਾਤਮਾ ਤੂੰ ਦੇ ਰਿਹਾ। ਰੋਟੀ ਖਾਂਦੇ ਆ, ਤੂੰ ਦੇ ਰਿਹਾ। ਧੀਆਂ ਪੁੱਤਾਂ ਚ ਰਹੀਆਂ, ਤੇਰੀ ਰਹਿਮਤ ਆ। ਘਰ ਆ, ਤੇਰੀ ਰਹਿਮਤ ਆ। ਪੈਸਾ ਹੈ, ਤੇਰੀ ਰਹਿਮਤ ਹੈ। ਜਿਸ ਦਿਨ ਹਰ ਇੱਕ ਚੀਜ਼ ਵਿੱਚ ਉਹਨੂੰ ਆਪਾਂ ਕਨੈਕਟ ਕਰ ਲਿਆ ਨਾ, ਉਹਨੂੰ ਜੋੜ ਲਿਆ, ਉਸ ਦਿਨ ਜ਼ਿੰਦਗੀ ਬੰਦਗੀ ਬਣ ਜਾਏਗੀ। ਬਸ ਬੰਦਗੀ ਬਣ ਜਾਏਗੀ। ਫਿਰ ਭਾਈ ਨੰਦ ਲਾਲ ਵਰਗੇ ਜਿਹੜੇ ਗੁਰਸਿੱਖ ਸਨ, ਉਹਨਾਂ ਦੀ ਗੱਲਾਂ ਸਮਝ ਵਿੱਚ ਆਉਣਗੀਆਂ। ਉਹ ਕਹਿੰਦੇ, ਹਰ ਰੂਹ ਗੁਰੂ ਗੋਬਿੰਦ ਸਿੰਘ ਹੈ, ਹਰ ਅੱਖਾਂ ਗੁਰੂ ਗੋਬਿੰਦ ਸਿੰਘ ਦੀਆਂ ਨੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਵਾਲੀ ਫਿਲਾਸਫੀ ਸਮਝ ਵਿੱਚ ਆ ਜਾਏਗੀ। ਆਓ ਸਤਿਗੁਰੂ ਕੀ ਕਹਿੰਦੇ ਅਗਲੀ ਗੱਲ, ਸਾਵਧਾਨ ਇਕਾਗਰ ਚੀਤ। ਕਿੱਦਾਂ ਆਪਾਂ ਵਡਿਆਈ ਕਰਨੀ? ਉਹਦੀ ਇਕਾਗਰ ਕਰ ਲਓ। ਚਿੱਤ ਜਿਹੜਾ ਨਾ ਉਹਨੂੰ ਇਕਾਗਰ ਕਰੋ, ਇੱਕ ਬਣਾ ਲਓ ਤੇ ਸਾਵਧਾਨ ਹੋ ਜਾਓ। ਹੁਣ ਟਿਕਾਓ ਵਿੱਚ ਆ ਜਾਓ, ਧਿਆਨ ਨਾਲ ਕਰੋ ਰੱਬ ਦੀ ਵਡਿਆਈ।
ਚਿੱਤ ਇਕਾਗਰ ਕਰ ਲਓ, ਚਿੱਤ ਨੂੰ ਭਟਕਣ ਨਾ ਦਿਓ, ਦਿਮਾਗ ਨੂੰ ਭਟਕਣ ਨਾ ਦਿਓ, ਮਨ ਨੂੰ ਭਟਕਣ ਨਾ ਦਿਓ। ਮਨ ਜਿਹੜਾ ਆਸੇ ਪਾਸੇ ਭਟਕਦਾ ਰਹਿੰਦਾ, ਜਿਵੇਂ ਬਾਪੂ ਨੇ ਪਾਉਣ ਬਾਣੀ ਵਿੱਚ ਆਖਿਆ ਨਾ, ਕਹਿੰਦੇ ਗਰਭ ਗਹਿਲੜੋ ਮੂਰੜੋ ਹੀਓਰੇ। ਮੈਂ ਤਾਂ ਹੰਕਾਰ ਵਿੱਚ ਆਪਣਾ ਹਿਰਦਾ ਮੂਰਖ ਬਣਾ ਲਿਆ। ਅਸੀਂ ਹੰਕਾਰ ਵਿੱਚ ਤੁਰੇ ਫਿਰਦੇ ਰਹਿੰਦੇ ਹਾਂ। ਸਾਡਾ ਮਨ ਪਤਾ ਨਹੀਂ ਕੀ ਸੋਚਦਾ ਰਹਿੰਦਾ, ਆਪਾਂ ਕੀ ਥਿੰਕ ਕਰਦੇ ਰਹਿੰਦੇ ਵੀ ਹੈ ਆਪਾਂ ਕੀ ਮਿੱਟੀ ਦੇ ਪੁਤਲੇ ਆ, 1 ਮਿੰਟ ਨਹੀਂ ਲੱਗਦਾ ਉਹ ਆਪਾਂ ਜਾਣੇ। ਹੀਓ ਮਹਾਰਾਜਰੀ ਮਾਇਓ ਡੀਅਰ ਨਿਆਈ ਮੋਏ ਫਾਕਿਓ ਰੇ। ਘਣੋ 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 ਸਦ ਲੋੜ ਹੈ, ਮੈਨੂੰ ਵੱਧ ਦੇ ਦੇ, ਵੱਧ ਦੇ ਦੇ, ਵੱਧ ਦੇ ਦੇ। ਰੱਜਦੇ ਆਪਾਂ ਫਿਰ ਵੀ ਨਹੀਂ। ਬਿਨ ਲੈਣੇ ਕੈਠੇ ਪਾਇਓ ਰੇ। ਉਹਦੀ ਬਖਸ਼ਿਸ਼ ਤੋਂ ਬਗੈਰ ਕਦੇ ਕੁਝ ਮਿਲਿਆ? ਜਿੰਨਾ ਮਰਜੀ ਭੱਜ ਦੌੜ ਕਰ ਲਓ, ਜਿੰਨੀ ਮਰਜੀ ਭੱਜ ਦੌੜ ਕਰ ਲਓ, ਮਿਲਦਾ ਤਾਂ ਉਦੋਂ ਜਦੋਂ ਉਹਦੀ ਬਖਸ਼ਿਸ਼ ਹੁੰਦੀ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਜੇ ਚਿੱਤ ਇਕਾਗਰ ਹੋ ਕੇ ਰਹੇਗਾ ਤੇ ਦੁਨੀਆ ਦੀ ਪਰਵਾਹ ਨਹੀਂ ਹੈ। ਫਿਰ ਜੇ ਚਿੱਤ ਇਕਾਗਰ ਹੋ ਜਾਏਗਾ, ਸਾਖਸ਼ਾਤ ਸਭ ਕੁਝ ਮਿਲ ਜਾਏਗਾ। ਜੇ ਚਿੱਤ ਇਕਾਗਰ ਨਹੀਂ, ਜਿੱਥੇ ਮਰਜੀ ਭਟਕ ਲਓ, ਦੁਖੀ ਹੀ ਰਹੋਗੇ। ਜੇ ਮਨ ਟਿਕਿਆ ਹੈ ਤਾਂ ਸਭ ਕੁਝ ਹੈ, ਜੇ ਮਨ ਨਹੀਂ ਟਿਕਿਆ ਦੁਖੀ ਹੀ ਰਹੋਗੇ। ਔਰ ਇਹ ਪੱਕੀ ਗੱਲ ਹੈ। ਜੀਵਨ ਨੂੰ ਸੁਖੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਟਿਕਾਓ ਵਿੱਚ ਆਓ। ਲਿਉ ਲਿਉ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਇਹ ਸੋਗ। ਲਖਮੀ ਬਰਸਿਓ ਜਿਉ ਲਿਉ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਔਰ ਇਹ ਪੰਕਤੀ ਮੈਂ ਤੁਹਾਡੇ ਨਾਲ ਬਹੁਤ ਵਾਰੀ ਹਾਜ਼ਰ ਵੀ ਕਰ ਚੁੱਕਾ, ਤੁਹਾਡੇ ਸਾਹਮਣੇ ਸਮਝਾ ਵੀ ਚੁੱਕਾ। ਲਉ ਲਉ ਛੱਡ ਦਿਓ, ਇਕਾਗਰਤਾ ਬਣਾਓ ਲਾਈਫ ਦੇ ਵਿੱਚ, ਟਿਕੋ। ਜਿਹੜੇ ਬਾਣੀ ਦੀ ਸਮਝ ਵਿੱਚ ਨਹੀਂ ਆ ਰਹੇ, ਜਿਨ੍ਹਾਂ ਦੇ ਪੱਲੇ ਨਹੀਂ ਗੱਲ ਪੈ ਰਹੀ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ, ਹੌਲੀ ਹੌਲੀ ਕੋਸ਼ਿਸ਼ ਕਰੋ ਮਨ ਨੂੰ ਟਿਕਾਉਣ ਦੀ। ਆਪਣੇ ਆਪ ਗੱਲ ਬਣਨੀ ਸ਼ੁਰੂ ਹੋ ਜਾਏਗੀ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਗੋਬਿੰਦ ਭਾਵ ਪਰਮਾਤਮਾ, ਗੁਣ ਨਾਮ ਪਰਮਾਤਮਾ ਦਾ ਨਾਮ, ਜਿਹੜਾ ਮਹਾਨ ਗੁਣਾਂ ਦਾ ਖਜ਼ਾਨਾ ਹੈ। ਜੇ ਉਹਨੂੰ ਜਪਿਆ ਜਾਏ ਤਾਂ ਜੀਵਨ ਵਿੱਚ ਸਹਿਜਤਾ ਆਉਂਦੀ ਹੈ ਤੇ ਸਮਝ ਲੱਗਦੀ ਹੈ ਵੀ ਸੁਖਮਨੀ ਪਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ। ਭਾਵ ਪਰਮਾਤਮਾ ਦਾ ਨਾਮ ਸੁੱਖ ਹੈ, ਸੁੱਖਾਂ ਦਾ ਰਤਨ ਹੈ, ਬੇਸ਼ਕੀਮਤੀ ਹੈ। ਜਦੋਂ ਲਾਈਫ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਤਾਂ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ। ਜ਼ਿੰਦਗੀ ਨੂੰ ਉੱਚਿਆਂ ਕਰ ਦਿੰਦਾ, ਜ਼ਿੰਦਗੀ ਨੂੰ ਮਹਾਨ ਬਣਾ ਦਿੰਦਾ। ਫਿਰ ਵੇਖੋ ਇਫੈਕਟ ਕੀ ਪੈਂਦਾ ਕਿ ਬੰਦੇ ਨੂੰ ਨਾ ਲਾਈਫ ਦੇ ਵਿੱਚ ਭੁੱਖ ਨਹੀਂ ਰਹਿੰਦੀ ਕਿਸੇ ਚੀਜ਼ ਦੀ। ਬੰਦੇ ਨੂੰ ਜ਼ਿੰਦਗੀ ਦੇ ਵਿੱਚ ਭੁੱਖ ਨਹੀਂ ਰਹਿੰਦੀ ਫਿਰ ਕਿਸੇ ਚੀਜ਼ ਦੀ। ਬੰਦਾ ਇਹ ਸਮਝਦਾ ਮੈਂ ਰੱਜ ਚੁੱਕਾਂ। ਦੇਖੋ ਭਾਵੇਂ ਕੱਖ ਹੋਣਾ ਨਾ ਪੱਲੇ ਹੋਵੇ, ਕੁਝ ਵੀ ਨਾ ਬੱਲੇ ਬੰਦੇ ਦੇ ਹੋਵੇ, ਫਿਰ ਵੀ ਉਹ ਕਹੇਗਾ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ। ਰਹਿਰਾਸ ਪੜ੍ਹਦੇ ਹੋ, ਪਹਿਲਾ ਸ਼ਬਦ ਜਿਹੜਾ ਨਾ, ਉਹਦੇ ਅਖੀਰ ਵਿੱਚ ਸਤਿਗੁਰ ਨੇ ਸਾਰੀਆਂ ਗੱਲਾਂ ਲਿਖ ਦਿੱਤੀਆਂ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਨ ਰਜਾਈ। ਜਿਹੜਾ ਐਡਾ ਵੱਡਾ ਇੰਨਾ ਮਹਾਨ ਹੈ, ਜੇ ਤੂੰ ਉਹਦੇ ਨਾਲ ਜੁੜ ਜਾਏਗਾ ਤੇ ਤੈਨੂੰ ਉਹ ਮਹਾਨ ਨਹੀਂ ਬਣਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡੇ ਕੀ ਪੌਲ ਦੇ ਕੇ ਆਮ ਲੋਕਾਂ ਨੂੰ ਪਿਆਰੇ ਕਿਹਾ ਸੀ। ਖੁਦ ਨਮਸਕਾਰ ਕਰਕੇ ਕਿਹਾ ਤੁਸੀਂ ਖਾਲਸਾ ਪੰਥ ਗੁਰੂ ਰੂਪ ਹੋ। ਤੇ ਸਾਨੂੰ ਇੰਨੀ ਵੱਡੀ ਵਡਿਆਈ ਦਿੱਤੀ। ਕਿਉਂ? ਕਿਉਂਕਿ ਅਸੀਂ ਸੰਪੂਰਨ ਹੋ ਗਏ ਸੀ। ਪਰ ਜਦੋਂ ਸਾਡੇ 'ਚ ਹੀ ਘਾਟਾਂ ਨੇ ਤੇ ਪੂਰਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਹੁਣ ਗੁਰੂ ਉੱਥੇ ਕੀ ਕਰੇ ਜਦੋਂ ਸਾਡੇ ਵਿੱਚ ਹੀ ਕਮੀਆਂ ਨੇ, ਜਦੋਂ ਸਾਡੀ ਝੋਲੀ ਪਾਟੀ ਹੋਈ, ਗੁਰੂ ਕੀ ਪਾਵੇ ਇਹਦੇ ਵਿੱਚ ਦੱਸੋ। ਜਦੋਂ ਅਸੀਂ ਆਪ ਰਾਧਾ ਸੁਆਮੀਆਂ ਤੇ ਨੂਰ ਮਹਿਲੀਆਂ ਤੇ ਨਕੋਦਰਿਆਂ ਵਾਲਿਆਂ ਤੇ ਪੀਰਾਂ ਫਕੀਰਾਂ ਤੇ ਬਾਹਮਣਾਂ ਤੇ ਤੁਰੇ ਫਿਰਦੇ ਹਾਂ, ਗੁਰੂ ਕੀ ਕਰੇਗਾ? ਗੁਰੂ ਕੀ ਕਰੇਗਾ? ਗੁਰੂ ਕਹਿੰਦਾ ਤੂੰ ਮੇਰਾ ਬਣ, ਮੈਂ ਤੇਰਾ ਬਣਦਾ। ਤੇ ਜਦੋਂ ਆਪਾਂ ਗੁਰੂ ਦੀ ਪਰਵਾਹ ਹੀ ਨਹੀਂ ਕਰਦੇ, ਫਿਰ ਗੁਰੂ ਸਾਡੀ ਕਿਉਂ ਪਰਵਾਹ ਕਰੇ? ਆਪਾਂ ਕਹਿੰਦੇ ਵੇਖੋ ਜੀ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ। ਕਿਵੇਂ ਸੁਣੀ ਜਾਏਗੀ? ਤੁਸੀਂ ਅਰਦਾਸ ਸੁਣਾਉਣ ਯੋਗ ਹੋਏ ਹੋ ਅਜੇ ਤੱਕ? ਤੁਹਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ? ਛੋਟੀਆਂ ਛੋਟੀਆਂ ਗੱਲਾਂ ਕਰਕੇ ਤਾਂ ਬਾਹਰ ਤੁਰੇ ਫਿਰਦੇ ਹੋ। ਜੇ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਗੁਰੂ ਤੇ ਵਿਸ਼ਵਾਸ ਨਹੀਂ, ਤੇ ਗੁਰੂ ਤੁਹਾਡੇ ਤੇ ਵਿਸ਼ਵਾਸ ਕਰੀ ਫਿਰੇ ਬਸ ਨਾ। ਪਹਿਲਾਂ ਇਸ ਲਾਇਕ ਤਾਂ ਬਣੋ ਕਿ ਗੁਰੂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਆਓ। ਆਪਾਂ ਇਹ ਸੋਚਦੇ ਵੀ ਦੁਨੀਆ ਨੂੰ ਧੋਖਾ ਦਿੱਤਾ ਜਾ ਸਕਦਾ, ਤੇ ਸ਼ਾਇਦ ਗੁਰੂ ਵੀ ਧੋਖੇ 'ਚ ਆ ਜਾਏਗਾ। ਪਿਆਰਿਓ, ਸਭ ਕੁਝ ਹੈ। ਪਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ, ਰਤਨ ਹੈ, ਸਹਿਜਤਾ ਨਾਲ ਭਰਿਆ ਹੋਇਆ ਹੈ। ਜੀਵਨ ਦੇ ਵਿੱਚ ਬਹੁਤ ਕੁਝ ਆ ਜਾਂਦਾ ਜੇ ਆਪਾਂ ਉਹਦੇ ਨਾਲ ਜੁੜਦੇ ਹਾਂ। ਅਗਲੀ ਗੱਲ ਧਿਆਨ ਨਾਲ ਸੁਣਿਓ, ਜਿਸ ਮਨ ਵਸੈ, ਜਿਸ ਦੇ ਮਨ ਵਿੱਚ ਇਸ ਨਾਮ ਦਾ ਵਸੇਬਾ ਹੋ ਜਾਂਦਾ, ਸਤਿਗੁਰ ਕਹਿੰਦੇ ਨੇ ਸੋ ਹੋਤ ਨਿਧਾਨ। ਨਿਧਾਨ ਦਾ ਮਤਲਬ ਹੈ ਖਜ਼ਾਨਾ। ਉਹ ਤਾਂ ਆਪ ਹੀ ਖਜ਼ਾਨੇ ਬਣ ਜਾਂਦਾ।
ਖਜ਼ਾਨਾ ਬਣ ਜਾਂਦਾ, ਉਹ ਗੁਣਾਂ ਦਾ ਖਜ਼ਾਨਾ ਬਣ ਜਾਂਦਾ। ਤੇ ਜਿਹੜਾ ਬੰਦਾ ਗੁਣਾਂ ਦਾ ਖਜ਼ਾਨਾ ਹੋਵੇ ਉਹਦੇ ਸਾਹਮਣੇ ਆ ਦੁਨਿਆਵੀ ਦੌਲਤ ਕੀ ਚੀਜ਼ ਹੈ? ਢੇਰਾਂ ਦੇ ਢੇਰ ਲੱਗ ਜਾਂਦੀ ਹੈ। ਢੇਰਾਂ ਦੇ ਢੇਰ ਕੀ ਚੀਜ਼ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੇ ਵਿੱਚ ਸੀ, ਜਦੋਂ ਕੁਝ ਐਸੇ ਲੋਕ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋ ਗਏ ਸੀ, ਲਾਲਚ ਦੇ ਮਾਰੇ ਹੋਏ ਸਨ, ਤੇ ਉਹਨਾਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪੈਸਾ ਧੇਲਾ ਤੇ ਕੋਈ ਹੈ ਨਹੀਂ ਹੈ, ਤੇ ਸਾਨੂੰ ਤਨਖਾਹਾਂ ਦੇਣ ਯੋਗ ਤਾਂ ਹੈ ਨਹੀਂ, ਇਦਾਂ ਆਪਾਂ ਛੱਡ ਕੇ ਚਲੇ ਜਾਂਦੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਸ ਕੇ ਕਿਹਾ, ਰੁਕੋ, ਮਾਲਕ ਦੇ ਘਰ ਦੇ ਵਿੱਚ ਦੇਰ ਹੈ ਅੰਧੇਰ ਨਹੀਂ, ਸਭ ਕੁਝ ਹੈ ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ। ਅਜੇ ਥੋੜਾ ਜਿਹਾ ਟਾਈਮ ਹੋਇਆ ਸੀ ਕਿ ਕੁਝ ਸਿੱਖ ਆ ਪਹੁੰਚੇ, ਢੇਰ ਲੱਗ ਗਈ ਦੌਲਤ ਦੇ ਪੈਸੇ ਦੇ। ਮਹਾਰਾਜ ਨੇ ਕਿਹਾ ਚੱਕੋ ਜਿੰਨੀ ਜਿੰਨੀ ਚਾਹੀਦੀ, ਕਮੀ ਹੈ ਕੋਈ ਇੱਥੇ? ਗੁਰੂ ਰਾਮਦਾਸ ਸਾਹਿਬ ਦੇ ਕੋਲ ਇੱਕ ਬੰਦਾ ਆ ਪਹੁੰਚਿਆ, ਲੜਕੀ ਦਾ ਵਿਆਹ ਸੀ, ਕਹਿੰਦਾ ਸਤਿਗੁਰੂ ਕੁਝ ਕਿਰਪਾ ਕਰੋ। ਮਹਾਰਾਜ ਕਹਿੰਦੇ ਵੇਟ ਕਰ, ਸਭ ਕੁਝ ਮਿਲੇਗਾ। ਇੰਨੇ ਟਾਈਮ ਦੇ ਵਿੱਚ ਇੱਕ ਬੀਬੀ ਨੇ ਹਾਰ ਚੜਾਤਾ ਸੋਨੇ ਦਾ, ਮਹਾਰਾਜ ਨੇ ਚੱਕ ਕੇ ਉਹਨੂੰ ਦੇ ਦਿੱਤਾ। ਬੀਬੀ ਨਾਰਾਜ਼ ਹੋਈ, ਸਤਿਗੁਰੂ ਨੇ ਕਿਹਾ ਤੂੰ ਮੈਨੂੰ ਦੇ ਦਿੱਤਾ, ਇਹ ਮੇਰਾ ਹੋ ਗਿਆ, ਹੁਣ ਮੈਂ ਜਿੱਦਾਂ ਮਰਜ਼ੀ ਵਰਤਾਂ, ਤੂੰ ਟੈਨਸ਼ਨ ਨਾ ਲੈ, ਤੇਰਾ ਪ੍ਰਮਾਣ ਹੋ ਗਿਆ। ਇੱਥੇ ਤਾਂ ਆਪਾਂ ਰੁਮਾਲਾ ਚੜਾਉਂਦੇ ਆ ਤੇ ਉਦੋਂ ਤੱਕ ਖਿਆਲ ਰੱਖਦੇ ਰਹਿੰਦੇ ਜਦੋਂ ਤੱਕ ਰੁਮਾਲਾ ਪਾਟ ਨਾ ਜਾਏ। ਕੂਲਰ ਚੜਾਉਂਦੇ ਆ, ਏਸੀ ਚੜਾਉਂਦੇ ਆ ਤੇ ਦਿਮਾਗ ਵਿੱਚ ਹੁੰਦਾ ਵੀ ਅਸੀਂ ਦਿੱਤਾ। ਸੋ ਜਦੋਂ ਦੇ ਦਿੱਤਾ ਜਾਏ ਫਿਰ ਉੱਤੇ ਨਿਗਾਹ ਨਹੀਂ ਰੱਖੀ ਦੀ। ਇਸ ਘਰ ਵਿੱਚ ਤਾਂ ਕਮੀ ਕੋਈ ਹੈ ਹੀ ਨਹੀਂ। ਜੇ ਆਪਾਂ ਉਹਦੇ ਬਣਾਂਗੇ ਪੈਸਾ ਢੇਰਾਂ ਦੇ ਢੇਰ, ਕੋਈ ਕਮੀ ਨਹੀਂ ਆਉਂਦੀ। ਇਹ ਪਰਤਾਈਆਂ ਹੋਈਆਂ ਗੱਲਾਂ, ਦਾਸ ਨੇ ਖੁਦ ਵੀ ਪਰਤਾਇਆ, ਕੋਈ ਕਮੀ ਨਹੀਂ ਆਉਂਦੀ। ਬਹੁਤ ਪੁਰਾਣੀ ਗੱਲ ਹੈ, ਮੈਂ ਦਿੱਲੀ ਦੇ ਵਿੱਚ ਸੀ, ਪੰਜਾਬ ਆਉਣਾ ਸੀ, ਤੇ ਉਸ ਟਾਈਮ 500 ਰੁਪਈਆ ਵੀ ਬਹੁਤ ਵੱਡੀ ਗੱਲ ਹੁੰਦੀ ਸੀ, ਕਿਉਂਕਿ ਸਾਡੇ ਵਹਿੰਦਿਆਂ ਵਹਿੰਦਿਆਂ ਮਾਹੌਲ ਚੇਂਜ ਹੋ ਗਏ ਤੇ ਟਿਕਟ ਵਾਸਤੇ ਵੀ ਪੈਸੇ ਨਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਖੜ ਗਿਆ, ਮੈਂ ਅਰਦਾਸ ਬੇਨਤੀ ਕੀਤੀ ਤੇ ਉਸੇ ਟਾਈਮ ਹੀ ਕੋਈ ਸੱਜਣ ਆ ਗਿਆ, 500 ਰੁਪਈਆ ਦੇ ਗਿਆ। ਆਪਾਂ ਨਿਹਾਲੋ ਨਿਹਾਲ। ਦੇਖੋ ਸਮਾਂ ਬਹੁਤ ਬੰਦੇ ਨੂੰ ਰੰਗ ਦਿਖਾਉਂਦਾ। ਮੈਂ ਕਹਿੰਦਾ ਨਾ ਕਈ ਵਾਰੀ ਵੀ ਕਿ ਇਨਸਾਨ ਨੂੰ ਕਦੇ ਵੀ ਪ੍ਰਮਾਤਮਾ ਦੇ ਘਰ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਉਹ ਕਿਸੇ ਟਾਈਮ ਵੀ ਕੌਤਕ ਰਚਾ ਦਿੰਦਾ, ਕਿਸੇ ਟਾਈਮ ਵੀ ਕੁਝ ਕਰ ਦਿੰਦਾ, ਬਸ ਉਹਦੇ ਘਰ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਰਹੋ। ਸਤਿਗੁਰ ਕਹਿੰਦੇ ਸਰਬ ਇੱਛਾ ਤਾਂ ਕੀ ਪੂਰਨ ਹੋਏ। ਉਸ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਭਾਵ ਉਸ ਬੰਦੇ ਦੀ ਲਾਈਫ ਵਿੱਚ, ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ, ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ ਰਹਿੰਦੀ ਹੈ। ਉਹਨੂੰ ਕਦੇ ਵੀ ਨਾ ਅਫਸੋਸ ਨਹੀਂ ਹੁੰਦਾ ਕਿ ਮੇਰੀ ਫਲਾਣੀ ਇੱਛਾ ਪੂਰੀ ਨਹੀਂ ਹੋਈ। ਉਹਦੀਆਂ ਸਾਰੀਆਂ ਇੱਛਾਵਾਂ ਨਿਰੰਕਾਰ ਸੰਪੂਰਨ ਕਰ ਦਿੰਦਾ। ਸਤਿਗੁਰ ਅੱਗੇ ਕੀ ਕਹਿੰਦੇ ਨੇ ਜੀ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਫਿਰ ਉਹ ਬੰਦਾ ਪ੍ਰਧਾਨਤਾ ਹਾਸਲ ਕਰਦਾ, ਲੋਕ ਉਹਦੇ ਸਾਹਮਣੇ ਨਿਵਦੇ, ਉਹਦੀ ਰਿਸਪੈਕਟ ਕਰਦੇ ਹੈ, ਉਹਨੂੰ ਮਾਣ ਵਡਿਆਈ ਦਿੰਦੇ। ਇਹ ਪ੍ਰਮਾਤਮਾ ਉਹਦੀ ਵਡਿਆਈ ਪੈਦਾ ਕਰ ਦਿੰਦਾ, ਉਹਨੂੰ ਇੰਨੀ ਕੁ ਸਿਆਣਪ ਦੇ ਦਿੰਦਾ ਕਿ ਲੋਕ 100 ਗੱਲਾਂ ਕਰਨ ਤੇ ਉਹ ਇੱਕ ਗੱਲ ਦੇ ਵਿੱਚ ਹੀ ਨਿਬੇੜਾ ਕਰ ਦਿੰਦਾ ਸਾਰੀ ਗੱਲ ਦਾ। ਲੋਕ ਮਾਣ ਦੇਣ ਲੱਗ ਪੈਂਦੇ ਹੈ। ਪ੍ਰਮਾਤਮਾ ਪੂਰੀ ਦੁਨੀਆ ਦੇ ਵਿੱਚ ਉਹਦਾ ਸਤਿਕਾਰ ਕਾਇਮ ਕਰ ਦਿੰਦਾ। ਸਭ ਤੇ ਊਚ ਪਾਏ ਅਸਥਾਨ, ਬਹੁਤ ਵੱਡਾ ਉੱਚਾ ਟਿਕਾਣਾ ਪ੍ਰਮਾਤਮਾ ਉਹਨੂੰ ਦੇ ਦਿੰਦਾ, ਮਹਾਨ ਬਣਾ ਦਿੰਦਾ। ਬੌਰ ਨਾ ਹੋਵੇ ਆਵਣ ਜਾਣ, ਤੇ ਉਹਦੀ ਭਟਕਣਾ ਵੀ, ਜਨਮ ਮਰਨ ਦਾ ਜਿਹੜਾ ਗੇੜ ਕਿਹਾ ਜਾਂਦਾ, ਉਹ ਵੀ ਖਤਮ ਕਰ ਦਿੰਦਾ। ਹਰ ਤਨ ਖਾਟ ਚਲੇ ਜਨ ਸੋਏ। ਜਨ ਦਾ ਮਤਲਬ ਹੈ ਰੱਬ ਦਾ ਪਿਆਰਾ, ਉਹ ਜਿਹਦੀ ਗੱਲ ਹੋ ਰਹੀ। ਸੋਏ ਭਾਵ ਉਹ ਰੱਬ ਦਾ ਪਿਆਰਾ ਇਸ ਲਾਈਫ ਦੇ ਵਿੱਚ ਪਰਮਾਤਮਾ ਦੇ ਨਾਮ ਦੀ, ਧਨ ਦੀ ਖੱਟੀ ਖੱਟ ਕੇ ਜਾਂਦਾ, ਅਮੀਰ ਹੋ ਕੇ ਜਾਂਦਾ। ਅਮੀਰ ਹੋ ਕੇ ਭਾਵ ਬਹੁਤ ਕੁਝ ਪ੍ਰਾਪਤ ਕਰ ਜਾਂਦਾ ਇਸ ਦੁਨੀਆ ਦੇ ਵਿੱਚ ਆ ਕੇ। ਕੱਲਾ ਉਹ ਦੁਨਿਆਵੀ ਦੌਲਤ ਨਹੀਂ ਕਮਾਉਂਦਾ, ਉਹ ਨਾਮ ਦੀ ਦੌਲਤ, ਬੰਦਗੀ ਦੀ ਦੌਲਤ, ਇੱਜ਼ਤ ਦੀ ਦੌਲਤ, ਰਿਸਪੈਕਟ ਦੀ ਦੌਲਤ ਵੀ ਕਮਾਉਂਦਾ ਹੈ। ਤੇ ਬਹੁਤ ਕੁਝ ਕਰਕੇ ਇਸ ਦੁਨੀਆ ਤੋਂ ਜਾਂਦਾ ਤੇ ਉਹਨੂੰ ਜਾਣ ਦਾ ਵੀ ਅਫਸੋਸ ਨਹੀਂ ਹੁੰਦਾ। ਨਾਨਕ ਜਿਸੇ ਪ੍ਰਾਪਤ ਹੋਏ। ਪਰ ਜਿਸ ਮਨੁੱਖ ਨੂੰ ਇਹ ਧੁਰੋਂ ਦਾਤ ਮਿਲਦੀ ਹੈ, ਉਸ ਬੰਦੇ ਉੱਤੇ ਹੀ ਸਭ ਕੁਝ ਇਹ ਭਾਣੇ ਵਾਪਰਦੇ ਨੇ। ਧੁਰੋਂ ਸਾਨੂੰ ਵੀ ਮਿਲ ਸਕਦੀ ਹੈ। ਧੁਰਾ ਉਹ ਤਾਂ ਬਾਹਰ ਨਹੀਂ ਹੈ, ਧੁਰ ਦਰਗਾਹ ਉਹ ਸਭ ਦੇ ਅੰਦਰ ਹੈ, ਮੇਰੇ 'ਚ, ਤੁਹਾਡੇ 'ਚ। ਅਸੀਂ ਨਾ ਰੱਬ ਦੀ ਦਰਗਾਹ ਨਾਲ ਲਈ ਫਿਰਦੇ ਹਾਂ। ਸਾਡੇ 'ਚ ਦਰਗਾਹ ਹੈ ਉਹਦੀ, ਸਾਡੇ ਵਿੱਚ ਹੀ ਹੈ ਉਹ। ਬਾਹਰਲੀਆਂ ਦਰਗੂਹਾਂ ਤੇ ਜਾਣ ਦੀ ਲੋੜ ਨਹੀਂ। ਜਿਹੜੀ ਅੰਦਰ ਦਰਗਾਹ ਹੈ ਨਾ, ਉਹਦੇ ਵੱਲ ਧਿਆਨ ਮਾਰੋ। ਮੈਂ ਕਿਸੇ ਦਿਨ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗਾ ਪਾਵਨ ਬਾਣੀ ਦਾ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਭ ਕੁਝ ਤੇਰੇ ਅੰਦਰ ਹੈ ਸਪਸ਼ਟ,
ਕਿਹੜੇ ਚੱਕਰਾਂ 'ਚ ਪਏ ਆਪਾਂ। ਸੋ ਜੇ ਸੁਖਮਨੀ ਸਾਹਿਬ ਪੜ੍ਹਦੇ ਹੋ, ਇਹਨਾਂ ਸ਼ਬਦਾਂ ਦਾ ਖਿਆਲ ਰੱਖੋ, ਇਹਨਾਂ ਵਿਚਾਰਾਂ ਦਾ ਖਿਆਲ ਰੱਖੋ ਅਤੇ ਇਹ ਗੱਲਾਂ ਜੀਵਨ 'ਚ ਅਪਣਾਓ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋਣਗੇ। ਸੋ ਆਓ ਸਤਿਗੁਰੂ ਦੇ ਚਰਨਾਂ 'ਚ ਕਰੀਏ ਅਰਦਾਸ, ਮਹਾਰਾਜ ਜੋੜੀ ਰੱਖੀ ਚਰਨਾਂ ਨਾਲ, ਅਤੇ ਤੇਰੇ ਘਰ ਦੇ ਸੇਵਕ ਬਣ ਕੇ ਆਪਣੀ ਜ਼ਿੰਦਗੀ ਵਧੀਆ ਕੱਟ ਕੇ ਜਾਈਏ। ਸਤਿਗੁਰੂ ਨੇ ਦਇਆ ਕੀਤੀ ਹੈ, ਕਿਰਪਾ ਕੀਤੀ ਹੈ। 24 ਨੰਬਰ ਅਸ਼ਟਪਦੀ ਦੀ 5ਵੀਂ ਪੌੜੀ ਦਾ ਪਾਠ ਅਤੇ ਭਾਵ ਆਪ ਨਾਲ ਸਾਂਝਾ ਕੀਤਾ ਹੈ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।